प्यारे विद्यार्थियों, अज एक बार फिर आप सब जी का इस समाजिक विज्ञान की क्लास विच निघा स्वागत है। अज आपां इतिहास का पाठ 8वां प्राचीन इतिहास का अध्ययन स्रोत पढ़ांगे। विद्यार्थियों, इस पाठ नूं पढ़न उपरंत तुसीं ये जान जावोगे कि इतिहास किवें प्राप्त हुंदा है। तुहानूं पता लग जाएगा कि जो कुछ भी इतिहास विच लिखिया गया है या जो इतिहास का स्रोत बनता है वो कित्थों हुंदा है, कित्थों आउंदा है ते किवें प्राप्त हुंदा है। विद्यार्थियों, तुसीं अक्सर ही हैरान हुंदे होवोगे कि इन्ने हज़ारां साल पहलां, ਲੱਖਾਂ साल पहलां दा मनुखी जीवन किस तरह ते किवें सानूं पता लग पाया है। सानूं किस तरह पता लग्या कि प्राचीन समय विच मनुख किवें रहिंदा सी, उस दे खाण पाण दीआं आदतां की सन, वो की पहनदा सी, की कंमकार करदा सी। ये सारा कुछ ਜਦੋਂ ਤੁਸੀਂ ਪੜ੍ਹਦੇ ਹੋ, ਸੁਣਦੇ ਹੋ ਤੇ ਤੁਹਾਨੂੰ ਬਹੁਤ ਜ਼ਿਆਦਾ ਹੈਰਾਨੀ ਹੁੰਦੀ ਹੈ ਕਿ ਆਖਰ ਇਸ ਸਭ ਦੀ ਜਾਣਕਾਰੀ ਕਿੱਥੋਂ ਆਈ ਤੇ ਕਿਵੇਂ ਅੱਗੇ ਪਤਾ ਲੱਗ ਪਾਈ। ਅੱਜ ਤੁਹਾਡੀ ਇਸ ਉਤਸੁਕਤਾ ਦਾ ਅੰਤ ਹੋਵੇਗਾ ਜਦੋਂ ਤੁਹਾਨੂੰ ਤੁਹਾਡੇ ਪ੍ਰਸ਼ਨਾਂ ਦੇ ਜਵਾਬ ਮਿਲ ਜਾਣਗੇ ਅਤੇ ਇਸ ਪਾਠ ਨੂੰ ਪੜ੍ਹਨ ਉਪਰੰਤ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਤਿਹਾਸ ਦੀ ਜਾਣਕਾਰੀ ਸਾਨੂੰ ਕਿੱਥੋਂ ਪ੍ਰਾਪਤ ਹੁੰਦੀ ਹੈ। ਸੋ ਇੱਕ ਵਾਰ ਫੇਰ ਮੈਂ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ ਅਤੇ ਆਪ ਸਭ ਨੂੰ ਇਹ ਸਲਾਹ ਵੀ ਦਿੰਦਾ ਹਾਂ ਕਿ ਤੁਸੀਂ ਇਸ ਪਾਠ ਨੂੰ ਪੜ੍ਹਦੇ ਹੋਏ ਜੋ ਜ਼ਰੂਰੀ ਗੱਲਾਂ ਹੋਣ ਉਸ ਨੂੰ ਆਪਣੀ ਕਾਪੀ ਤੇ ਨੋਟ ਜ਼ਰੂਰ ਕਰ ਲੈਣਾ। ਵਿਦਿਆਰਥੀਓ, आओ देखिए कि सानू इस इतिहास बारे किवें पता लगता है ते कित्थों पता लगता है। तुसीं पहलां भूगोल दे विच धरती ਅਤੇ ਉਸ ਦੇ ਗ੍ਰਹਿਾਂ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਲੈ ਕੇ ਆਏ ਹੋ। ਹੁਣ ਅਸੀਂ ਪ੍ਰਾਚੀਨ ਇਤਿਹਾਸ ਅਤੇ ਇਸ ਇਤਿਹਾਸ ਤੋਂ ਲੈ ਕੇ ਕਿਸ ਤਰੀਕੇ ਦੇ ਨਾਲ ਸਾਡਾ ਅੱਜ ਦਾ ਸਮਾਂ ਆਇਆ ਹੈ, ਇਸ ਬਾਰੇ ਇਸ ਇਤਿਹਾਸ ਦੇ ਪੂਰੇ ਭਾਗ ਵਿੱਚ ਅਧਿਐਨ ਕਰਾਂਗੇ। ਵਿਦਿਆਰਥੀਓ, ਇਤਿਹਾਸ ਦੇ ਅਤੀਤ ਦਾ ਅਧਿਐਨ ਕਰਨਾ ਜ਼ਰੂਰੀ ਕਿਉਂ ਹੈ? ਕਿਉਂਕਿ ਇਸ ਰਾਹੀਂ ਸਾਨੂੰ ਪਤਾ ਲੱਗਦਾ ਹੈ ਕਿ ਕਿਵੇਂ ਸਮੇਂ ਦੇ ਨਾਲ ਨਾਲ ਸਭਿਅਤਾਵਾਂ ਦਾ ਵਿਕਾਸ ਹੋਇਆ। ਇਤਿਹਾਸ ਚੰਗੇ ਭਵਿੱਖ ਲਈ ਅਤੇ ਚੰਗੇ ਭਵਿੱਖ ਲਈ ਅਤੀਤ ਦਾ ਅਧਿਐਨ ਹੈ। ਵਿਦਿਆਰਥੀਓ, ਇਹ ਇੱਕ ਮਜ਼ਬੂਤ ਅਤੇ ਆਦਰਸ਼ ਸਮਾਜ ਦੀ ਸਥਾਪਨਾ ਲਈ ਅਤੇ ਅੱਗੇ ਵਧਣ ਲਈ ਸਾਨੂੰ ਇਹ ਪਤਾ ਲਗਾਉਣਾ ਜ਼ਰੂਰੀ ਹੈ ਕਿ ਅਸੀਂ ਵਰਤਮਾਨ ਸਥਿਤੀ ਤੱਕ ਕਿਸ ਤਰ੍ਹਾਂ ਪਹੁੰਚੇ। ਇਤਿਹਾਸ ਗੁਜ਼ਰੇ ਸਮੇਂ ਦੀਆਂ ਘਟਨਾਵਾਂ ਦਾ ਲਿਖਤੀ ਵੇਰਵਾ ਹੈ। ਜੋ ਵਿਅਕਤੀ ਇਤਿਹਾਸ ਲਿਖਦੇ ਹਨ ਉਹਨਾਂ ਨੂੰ ਇਤਿਹਾਸਕਾਰ ਕਿਹਾ ਜਾਂਦਾ ਹੈ। ਇਤਿਹਾਸਕਾਰ ਕੇਵਲ ਘਟਨਾਵਾਂ ਹੀ ਨਹੀਂ ਲਿਖਦੇ, ਸਗੋਂ ਇਹਨਾਂ ਘਟਨਾਵਾਂ ਦੇ ਵਾਪਰਨ ਦਾ ਕਾਰਨ ਵੀ ਦੱਸਦੇ ਹਨ। ਸੋ ਪਿਆਰੇ ਵਿਦਿਆਰਥੀਓ, ਜਿਵੇਂ ਕਿ ਤੁਸੀਂ ਇਹ ਪੜ੍ਹ ਲਿਆ ਹੈ ਕਿ ਬੀਤੇ ਸਮੇਂ ਦੀਆਂ ਘਟਨਾਵਾਂ ਬਾਰੇ ਜੋ ਜਾਣਕਾਰੀ ਹੁੰਦੀ ਹੈ ਉਸ ਨੂੰ ਇਤਿਹਾਸ ਕਿਹਾ ਜਾਂਦਾ ਹੈ। ਤੁਹਾਡੇ ਮਨ ਵਿੱਚ ਕਈ ਵਾਰ ਸਵਾਲ ਆਉਂਦਾ ਹੈ ਕਿ ਜੋ ਬੀਤ ਚੁੱਕਿਆ ਹੈ, ਜੋ ਹਜ਼ਾਰਾਂ ਲੱਖਾਂ ਸਾਲ ਪਹਿਲਾਂ ਨਿਕਲ ਚੁੱਕਿਆ ਹੈ, ਉਸ ਨੂੰ ਹੁਣ ਜਾਣਨ ਦਾ ਸਾਨੂੰ ਕੀ ਮਤਲਬ ਹੈ? ਅਸੀਂ ਕਿਉਂ ਜਾਣੀਏ? ਵਿਦਿਆਰਥੀਓ, ਅਸੀਂ ਇੱਥੇ ਗਲਤ ਸੋਚਦੇ ਹਾਂ। ਅਸਲ ਵਿੱਚ ਬੀਤੇ ਸਮੇਂ ਤੋਂ ਸਿੱਖ ਕੇ ਹੀ ਅਸੀਂ ਅੱਗੇ ਵਧੇ ਹਾਂ। ਬੀਤੇ ਸਮੇਂ ਦੇ ਤਜਰਬੇ ਨੇ ਹੀ ਮਨੁੱਖ ਨੂੰ ਅੱਗੇ ਵਧਣ ਦੀ ਤੇ ਅੱਗੇ
ਹੋਰ ਸੁਚੱਜੇ ਢੰਗ ਨਾਲ ਜੀਵਨ ਜੀਣ ਦੀ ਪ੍ਰੇਰਨਾ ਦਿੱਤੀ ਹੈ। ਤੁਸੀਂ ਵੀ ਆਪਣੇ ਜੀਵਨ ਕਾਲ ਦੇ ਵਿੱਚ ਜੋ ਕੁਝ ਪਿੱਛੇ ਕੀਤਾ ਹੈ, ਜੋ ਕੁਝ ਪਿੱਛੇ ਸਿੱਖਿਆ ਹੈ, ਜੋ ਕੁਝ ਪਿੱਛੇ ਜਾਣਿਆ ਹੈ, ਉਸੇ ਜਾਣਕਾਰੀ ਦੇ ਆਧਾਰ ਤੇ ਤੁਸੀਂ ਆਉਣ ਵਾਲਾ ਆਪਣਾ ਜੀਵਨ ਹੋਰ ਵਧੀਆ ਬਣਾ ਸਕਦੇ ਹੋ। ਇਸੇ ਤਰ੍ਹਾਂ ਕਿਸੇ ਵੀ ਸੱਭਿਅਤਾ ਲਈ ਉਸ ਦੇ ਪੁਰਾਣੇ ਇਤਿਹਾਸ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ, ਤਾਂ ਹੀ ਉਹ ਸੱਭਿਅਤਾ ਅੱਗੇ ਵਿਕਾਸ ਕਰ ਪਾਏਗੀ, ਸਾਡਾ ਸਮਾਜ ਤਾਂ ਹੀ ਅੱਗੇ ਵੱਧ ਪਾਏਗਾ। ਸੋ ਇਸ ਕਰਕੇ ਇਤਿਹਾਸ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਯਾਦ ਰੱਖਣਾ ਹੈ ਬੇਟਾ ਕਿ ਇਤਿਹਾਸ ਦਾ ਪਿਤਾਮਾ ਹੀਰੋਡੋਟਸ ਨੂੰ ਕਿਹਾ ਜਾਂਦਾ ਹੈ। ਫਿਰ ਇੱਕ ਵਾਰ, ਇਤਿਹਾਸ ਦਾ ਪਿਤਾਮਾ ਹੀਰੋਡੋਟਸ ਨੂੰ ਕਿਹਾ ਜਾਂਦਾ ਹੈ। ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਸੋ ਵਿਦਿਆਰਥੀਓ, ਆਹ ਕੁਝ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਕੁਝ ਇਤਿਹਾਸਕਾਰ ਤੁਹਾਡੇ ਸਾਹਮਣੇ ਅਧਿਐਨ ਕਰਦੇ ਹੋਏ ਤੁਹਾਨੂੰ ਦਿਖਾਈ ਦੇ ਰਹੇ ਹਨ। ਆਓ ਦੇਖੀਏ ਕਿ ਪੂਰਵ ਇਤਿਹਾਸ ਅਤੇ ਇਤਿਹਾਸ ਵਿੱਚ ਕੀ ਫਰਕ ਹੈ। ਤੁਹਾਡੇ ਮਨ ਵਿੱਚ ਇੱਕਦਮ ਸਵਾਲ ਪੈਦਾ ਹੋ ਗਿਆ ਹੋਵੇਗਾ ਕਿ ਅਸੀਂ ਇਤਿਹਾਸ ਬਾਰੇ ਤਾਂ ਬਹੁਤ ਕੁਝ ਸੁਣਿਆ ਹੈ, ਪਰੰਤੂ ਪੂਰਵ ਇਤਿਹਾਸ, ਅੱਜ ਤੱਕ ਅਸੀਂ ਇਸ ਸ਼ਬਦ ਬਾਰੇ ਕਦੇ ਵੀ ਨਹੀਂ ਸੁਣਿਆ। ਬਿਲਕੁਲ ਠੀਕ ਹੈ ਵਿਦਿਆਰਥੀਓ, ਪੂਰਵ ਇਤਿਹਾਸ ਅਤੇ ਇਤਿਹਾਸ ਤੁਹਾਡੇ ਲਈ ਇਹਨਾਂ ਵਿੱਚੋਂ ਪੂਰਵ ਇਤਿਹਾਸ ਸ਼ਬਦ ਬਿਲਕੁਲ ਨਵਾਂ ਹੈ, ਪਰੰਤੂ ਅੱਜ ਤੁਹਾਨੂੰ ਪਤਾ ਲੱਗ ਜਾਏਗਾ ਕਿ ਪੂਰਵ ਇਤਿਹਾਸ ਕੀ ਹੈ ਅਤੇ ਇਤਿਹਾਸ ਕੀ ਹੈ। ਮਨੁੱਖੀ ਜੀਵਨ ਦੇ ਕਾਲ ਨੂੰ ਅਸੀਂ ਦੋ ਕਾਲਾਂ ਵਿੱਚ ਵੰਡਿਆ ਹੈ। ਪਹਿਲਾ ਪੂਰਵ ਇਤਿਹਾਸ ਤੇ ਦੂਸਰਾ ਇਤਿਹਾਸ। ਪੂਰਵ ਇਤਿਹਾਸ ਤੋਂ ਭਾਵ ਹੈ ਕਿ ਜਿਸ ਸਮੇਂ ਦਾ ਸਾਡੇ ਕੋਲ ਕੋਈ ਲਿਖਤੀ ਵੇਰਵਾ ਨਹੀਂ ਹੈ, ਉਸ ਨੂੰ ਪੂਰਵ ਇਤਿਹਾਸ ਕਿਹਾ ਜਾਂਦਾ ਹੈ। ਵਿਦਿਆਰਥੀਓ, ਲਿਖਤੀ ਵੇਰਵੇ ਤੋਂ ਭਾਵ ਕੋਈ ਸਾਡੇ ਕੋਲ ਉਸ ਸਮੇਂ ਦੀਆਂ ਲਿਖਤੀ ਘਟਨਾਵਾਂ ਨਹੀਂ ਹਨ, ਉਸ ਸਮੇਂ ਦਾ ਕੋਈ ਸਾਡੇ ਕੋਲ ਲਿਖਤੀ ਰਿਕਾਰਡ ਨਹੀਂ ਹੈ। ਉਹ ਸਮਾਂ ਜਿਸ ਦਾ ਸਾਡੇ ਕੋਲ ਲਿਖਤੀ ਵੇਰਵਾ ਨਹੀਂ ਹੈ, ਉਸ ਨੂੰ ਪੂਰਵ ਇਤਿਹਾਸ ਕਿਹਾ ਜਾਂਦਾ ਹੈ। ਇਸ ਤੁਕ ਨੂੰ, ਇਸ ਲਾਈਨ ਨੂੰ ਤੁਸੀਂ ਫੇਰ ਪੜ੍ਹੋ ਅਤੇ ਆਪਣੇ ਮਨ ਵਿੱਚ ਯਾਦ ਕਰ ਲਵੋ ਕਿ ਜਿਸ ਸਮੇਂ ਦਾ ਸਾਡੇ ਕੋਲ ਕੋਈ ਲਿਖਤੀ ਵੇਰਵਾ ਨਹੀਂ ਹੈ, ਉਸ ਨੂੰ ਪੂਰਵ ਇਤਿਹਾਸ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਇਤਿਹਾਸ ਕਿਸ ਨੂੰ ਕਹਿੰਦੇ ਹਨ? ਜਿਸ ਸਮੇਂ ਦਾ ਸਾਡੇ ਕੋਲ ਲਿਖਤੀ ਵੇਰਵਾ ਹੈ, ਉਸ ਨੂੰ ਇਤਿਹਾਸ ਕਿਹਾ ਜਾਂਦਾ ਹੈ। ਇੱਕ ਵਾਰ ਫੇਰ, ਕਿ ਜਿਸ ਸਮੇਂ ਦਾ ਸਾਡੇ ਕੋਲ ਲਿਖਤੀ ਵੇਰਵਾ ਹੈ, ਉਸ ਨੂੰ ਇਤਿਹਾਸ ਕਿਹਾ ਜਾਂਦਾ ਹੈ। ਇਸ ਲਿਖਤੀ ਵੇਰਵੇ ਦੇ ਵਿੱਚ ਸਾਨੂੰ ਕੀ ਕੁਝ ਮਿਲ ਜਾਂਦਾ ਹੈ? ਵਿਦਿਆਰਥੀਓ, ਬਿਲਕੁਲ ਠੀਕ, ਇਸ ਲਿਖਤੀ ਵੇਰਵੇ ਵਿੱਚ ਸਾਨੂੰ ਮਿਤੀਆਂ ਬਾਰੇ ਪਤਾ ਲੱਗਦਾ ਹੈ, ਲੋਕਾਂ ਦੇ ਨਾਵਾਂ ਬਾਰੇ ਪਤਾ ਲੱਗਦਾ ਹੈ, ਘਟਨਾਵਾਂ ਬਾਰੇ ਪਤਾ ਲੱਗਦਾ ਹੈ, ਉਹ ਕਦੋਂ ਵਾਪਰੀਆਂ, ਕਿਵੇਂ ਵਾਪਰੀਆਂ, ਕਿਸ ਸੰਦਰਭ ਵਿੱਚ ਵਾਪਰੀਆਂ, ਇਹ ਸਾਰਾ ਕੁਝ ਸਾਨੂੰ ਲਿਖਤੀ ਇਤਿਹਾਸ ਵਿੱਚ ਪਤਾ ਚੱਲ ਜਾਂਦਾ ਹੈ। ਵਿਦਿਆਰਥੀਓ, ਮਨੁੱਖੀ ਜੀਵਨ ਜੋ ਹੈ, ਤੁਹਾਨੂੰ ਪਤਾ ਹੈ ਕਿ ਬਹੁਤ ਪੜਾਵਾਂ ਵਿੱਚੋਂ ਗੁਜ਼ਰ ਕੇ ਅੱਜ ਦੀ ਇਸ ਸਥਿਤੀ ਦੇ ਵਿੱਚ, ਅੱਜ ਦੇ ਇਸ ਯੁੱਗ ਦੇ ਵਿੱਚ ਪਹੁੰਚਿਆ ਹੈ। ਸ਼ੁਰੂਆਤ ਵਿੱਚ ਮਨੁੱਖ ਗੁਫਾਵਾਂ ਵਿੱਚ ਰਹਿੰਦਾ ਸੀ, ਜਾਨਵਰਾਂ ਵਾਂਗ ਇੱਧਰ ਉੱਧਰ ਭਟਕਦਾ ਸੀ, ਉਹ ਜੋ ਕੁਝ ਮਿਲਦਾ ਸੀ ਖਾ ਜਾਂਦਾ ਸੀ। ਜਾਨਵਰਾਂ ਵਾਂਗ ਪੱਤੇ, ਰੁੱਖਾਂ ਦੇ ਉੱਤੋਂ ਕੱਚੇ ਸ਼ਾਖਾਵਾਂ ਦੇ ਨਾਲ ਨਾਲ ਕੱਚਾ ਮੀਟ ਵੀ ਉਹ ਖਾ ਜਾਂਦਾ ਸੀ। ਹੌਲੀ ਹੌਲੀ ਉਸਨੇ ਸਿੱਖਿਆ ਕਿ ਮਕਾਨ ਕਿਵੇਂ ਬਣਾਏ ਜਾਂਦੇ ਹਨ, ਫਸਲ ਕਿਵੇਂ ਉਗਾਈ ਜਾਂਦੀ ਹੈ, ਖੇਤੀ ਕਿਵੇਂ ਹੋਏਗੀ। ਅੱਗ ਦੀ ਖੋਜ ਨੇ ਉਸ ਨੂੰ ਸਿਖਾ ਦਿੱਤਾ ਕਿ ਅਸੀਂ ਭੋਜਨ ਪਕਾ ਕੇ ਖਾਣਾ ਹੈ। ਪਹੀਏ ਦੀ ਖੋਜ ਨਾਲ ਉਸਨੇ ਆਵਾਜਾਈ ਦੇ ਸਾਧਨ ਵਿਕਸਿਤ ਕਰ ਲਏ, ਉਸਦਾ ਆਉਣਾ ਜਾਣਾ ਸੌਖਾ ਹੋ ਗਿਆ। ਦੂਰ ਦੂਰ ਦਾ ਸਫ਼ਰ ਉਸਨੇ ਛੇਤੀ ਛੇਤੀ ਪੂਰਾ ਕਰਨਾ ਸ਼ੁਰੂ ਕਰ ਲਿਆ। ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੀਆਂ ਚੀਜ਼ਾਂ ਜੋ ਅੱਜ ਅਸੀਂ ਦੇਖਦੇ ਹਾਂ, ਜੋ ਕੁਝ ਸਾਡੇ ਸਾਹਮਣੇ ਹੈ। ਸੱਚ ਵਿਦਿਆਰਥੀਓ,
ਅੱਜ ਦੇ ਇਸ ਸਮੇਂ ਤੱਕ ਪੁੱਜਣ ਲਈ ਮਨੁੱਖ ਨੂੰ ਲੱਖਾਂ ਸਾਲ ਲੱਗ ਗਏ ਹਨ। ਲੱਖਾਂ ਸਾਲਾਂ ਬਾਅਦ ਅੱਜ ਦਾ ਜੋ ਤੁਹਾਡੇ ਕੋਲ ਤੁਸੀਂ ਸੁਵਿਧਾਵਾਂ ਮਾਣਦੇ ਹੋ, ਸੁੱਖ ਮਾਣਦੇ ਹੋ, ਇਨਸਾਨ ਦਾ ਰਹਿਣ ਸਹਿਣ ਦੇਖ ਰਹੇ ਹੋ, ਇਹ ਸਾਰਾ ਕੁਝ ਪੁੱਜਣ ਲਈ ਇਨਸਾਨ ਨੂੰ ਲੱਖਾਂ ਸਾਲ ਲੱਗ ਗਏ ਹਨ। ਇਸੇ ਤਰ੍ਹਾਂ ਵਿਦਿਆਰਥੀਓ ਇੱਕ ਗੱਲ ਹੋਰ ਯਾਦ ਰੱਖਣੀ ਹੈ ਕਿ ਗ੍ਰੈਗੋਰੀਅਨ ਕੈਲੰਡਰ ਅਨੁਸਾਰ ਇਤਿਹਾਸ ਨੂੰ ਈਸਾ ਦੇ ਜਨਮ ਅਨੁਸਾਰ ਵੀ ਵੰਡਿਆ ਗਿਆ ਹੈ। ਈਸਾ ਦੇ ਜਨਮ ਤੋਂ ਪਹਿਲਾਂ ਦੇ ਸਮੇਂ ਨੂੰ ਈਸਾ ਪੂਰਵ ਬਿਫੋਰ ਕ੍ਰਾਈਸਟ, ਜਿਹਨੂੰ ਤੁਸੀਂ BC ਵੀ ਕਹਿੰਦੇ ਹੋ, ਅਤੇ ਈਸਾ ਦੇ ਜਨਮ ਤੋਂ ਬਾਅਦ ਦੇ ਸਮੇਂ ਨੂੰ ਈਸਵੀ ਆਫਟਰ ਡੈਥ ਕਿਹਾ ਜਾਂਦਾ ਹੈ। ਸੋ ਯਾਦ ਰੱਖਣਾ ਹੈ ਕਿ BC ਅਤੇ AD ਦੇ ਵਿੱਚ ਕੀ ਫਰਕ ਹੈ। ਵਿਦਿਆਰਥੀਓ, ਇਹ ਜਾਣਕਾਰੀ ਤੁਸੀਂ ਆਪਣੀ ਕਾਪੀਆਂ ਵਿੱਚ ਵੀ ਨਾਲ ਦੀ ਨਾਲ ਨੋਟ ਕਰ ਸਕਦੇ ਹੋ। ਆਓ ਦੇਖੀਏ ਕਿ ਹੋਰ ਸਾਨੂੰ ਇਤਿਹਾਸ ਬਾਰੇ ਕਿੱਥੋਂ ਪਤਾ ਲੱਗਦਾ ਹੈ, ਕਿਵੇਂ ਪਤਾ ਲੱਗਦਾ ਹੈ, ਉਹ ਕਿਹੜੀ ਐਸੀ ਜਾਣਕਾਰੀ ਹੈ ਜੋ ਸਾਨੂੰ ਇਤਿਹਾਸ ਬਾਰੇ ਮਿਲਦੀ ਹੈ। ਸੋ ਇਤਿਹਾਸ ਦੇ ਸਰੋਤ ਮਤਲਬ ਸਾਧਨ, ਇਤਿਹਾਸ ਦੀ ਜਾਣਕਾਰੀ ਦੇਣ ਵਾਲੇ ਸਾਧਨ, ਇਹ ਕਿੱਥੇ ਹਨ, ਕਿੱਥੋਂ ਮਿਲਦੇ ਹਨ। ਸੋ ਇਤਿਹਾਸ ਦੇ ਸਰੋਤ ਵਿੱਚ ਬੇਟਾ ਦੇਖੋ ਕਿ ਜਾਣ ਬੁੱਝ ਕੇ ਜਾਂ ਅਣਜਾਣੇ ਵਿੱਚ ਮਨੁੱਖ ਕਈ ਅਜਿਹੇ ਤੱਥ ਆਪਣੇ ਪਿੱਛੇ ਛੱਡ ਜਾਂਦਾ ਹੈ ਜਿਨ੍ਹਾਂ ਤੋਂ ਸਾਨੂੰ ਮਨੁੱਖ ਦੀ ਕਹਾਣੀ ਵਿੱਚ ਸਹਾਇਤਾ ਮਿਲਦੀ ਹੈ। ਇਹਨਾਂ ਨੂੰ ਇਤਿਹਾਸ ਦੇ ਸਰੋਤ ਕਿਹਾ ਜਾਂਦਾ ਹੈ। ਵਿਦਿਆਰਥੀਓ, ਅਣਜਾਣਪੁਣੇ ਵਿੱਚ ਕਈ ਵਾਰ ਮਨੁੱਖ ਇਹੋ ਜਿਹੀਆਂ ਚੀਜ਼ਾਂ ਛੱਡ ਜਾਂਦਾ ਹੈ ਜੋ ਉਸ ਪੱਖੋਂ ਉਸ ਦਾ ਸੁਰਾਗ ਬਣਦੀਆਂ ਹਨ। ਤੁਸੀਂ TV ਵਿੱਚ ਵੀ ਕਈ ਕਹਾਣੀਆਂ ਦੇਖੀਆਂ ਜਿੱਥੋਂ ਉਸ ਇਤਿਹਾਸਕਾਰ ਜਾਂ ਜਾਸੂਸ ਉਸ ਕਹਾਣੀ ਵਿੱਚ ਤੁਸੀਂ ਦੇਖੇ ਨੇ ਕਿ ਕੋਈ ਨਾ ਕੋਈ ਸੁਰਾਗ ਲੱਭਦੇ ਹਨ। ਇਹ ਤੱਥ ਉਸ ਨਾਲ ਇੱਕ ਕੜੀ ਜੋੜਦੇ ਹਨ ਜੋ ਘਟਨਾਵਾਂ ਨੂੰ ਆਖਰ ਤੱਕ ਲੈ ਕੇ ਜਾਂਦਾ ਹੈ। ਵਿਦਿਆਰਥੀਓ, ਇਸੇ ਤਰ੍ਹਾਂ ਜਦੋਂ ਮਨੁੱਖ ਨੇ ਜੀਵਨ ਜੀਣਾ ਸ਼ੁਰੂ ਕੀਤਾ ਉਦੋਂ ਭਾਵੇਂ ਲਿਖਤ ਦੇ ਕੋਈ ਸਾਧਨ ਨਹੀਂ ਸਨ, ਪਰ ਅਣਜਾਣੇ ਵਿੱਚ ਹੀ ਉਹ ਆਪਣੇ ਪਿੱਛੇ ਐਸੇ ਕਈ ਸਾਧਨ, ਕਈ ਤੱਥ ਛੱਡ ਗਿਆ ਜਿੱਥੋਂ ਸਾਨੂੰ ਪਤਾ ਲੱਗ ਪਾਇਆ ਕਿ ਮਨੁੱਖ ਸ਼ੁਰੂਆਤ ਵਿੱਚ ਕਿਸ ਤਰ੍ਹਾਂ ਰਹਿੰਦਾ ਸੀ, ਕੀ ਕੁਝ ਖਾਂਦਾ ਪੀਂਦਾ ਸੀ, ਕਿਸ ਤਰ੍ਹਾਂ ਉਸਨੇ ਆਪਣਾ ਜੀਵਨ ਗੁਜ਼ਾਰਿਆ ਤੇ ਕਿਸ ਤਰੀਕੇ ਦੇ ਨਾਲ ਉਹ ਹੌਲੀ-ਹੌਲੀ ਅੱਗੇ ਤਰੱਕੀ ਕਰਦਾ ਹੋਇਆ ਅੱਜ ਦੇ ਇਸ ਯੁੱਗ ਵਿੱਚ ਪਹੁੰਚ ਪਾਇਆ। ਸੋ ਯਾਦ ਰੱਖਣਾ ਹੈ ਕਿ ਇਤਿਹਾਸ ਦੇ ਸਰੋਤ ਕਿਸ ਨੂੰ ਕਿਹਾ ਜਾਂਦਾ ਹੈ। ਵਿਦਿਆਰਥੀਓ, ਇਤਿਹਾਸ ਦੇ ਦੋ ਸਰੋਤ ਹਨ ਮੁੱਖ ਤੌਰ ਤੇ। ਪਹਿਲਾ ਸਾਹਿਤਕ ਸਰੋਤ ਤੇ ਦੂਸਰਾ ਪੁਰਾਤਤਵ ਸਰੋਤ। ਆਪਾਂ ਇਹਨਾਂ ਦੋਨਾਂ ਸਰੋਤਾਂ ਬਾਰੇ ਵਿਸਥਾਰ ਵਿੱਚ ਚਰਚਾ ਕਰਾਂਗੇ ਅਤੇ ਇਹਨਾਂ ਸਰੋਤਾਂ ਨੂੰ ਸਮਝਣ ਤੋਂ ਬਾਅਦ ਤੁਸੀਂ ਇਸ ਕਾਬਲ ਹੋ ਜਾਵੋਗੇ ਕਿ ਇਤਿਹਾਸ ਦੀ ਜਾਣਕਾਰੀ ਸਾਨੂੰ ਇਹ ਸਰੋਤ ਕਿਵੇਂ ਦਿੰਦੇ ਹਨ ਤੇ ਇਹ ਸਰੋਤ ਕਿਸ ਤਰੀਕੇ ਨਾਲ ਇਹਨਾਂ ਭੰਡਾਰ ਆਪਣੇ ਵਿੱਚ ਸਮੋਈ ਬੈਠੇ ਹਨ ਜਿਸ ਤੋਂ ਅਸੀਂ ਅਣਜਾਣ ਬਣੇ ਹੋਏ ਹਾਂ ਅਤੇ ਸਾਡੇ ਸਾਹਮਣੇ ਹੋਣ ਦੇ ਬਾਵਜੂਦ ਵੀ ਅਗਿਆਨਤਾਵਸ਼ ਸਾਨੂੰ ਇਹਨਾਂ ਸਰੋਤਾਂ ਦੀ ਅਹਿਮੀਅਤ ਬਾਰੇ ਕਈ ਵਾਰ ਨਹੀਂ ਪਤਾ ਹੁੰਦਾ। ਸੋ ਆਓ ਵਿਸਥਾਰ ਦੇ ਨਾਲ ਆਪਾਂ ਇਹਨਾਂ ਸਰੋਤਾਂ ਦੇ ਬਾਰੇ ਜਾਣਕਾਰੀ ਲਈਏ ਕਿ ਸਾਹਿਤਕ ਸਰੋਤ ਕੀ ਹੁੰਦੇ ਹਨ ਤੇ ਕਿਸ ਤਰੀਕੇ ਨਾਲ ਸਾਨੂੰ ਇਤਿਹਾਸ ਬਾਰੇ ਦੱਸਦੇ ਹਨ ਅਤੇ ਪੁਰਾਤਤਵ ਸਰੋਤ ਕੀ ਹੁੰਦੇ ਹਨ ਤੇ ਇਹਨਾਂ ਤੋਂ ਵੀ ਇਤਿਹਾਸ ਬਾਰੇ ਸਾਨੂੰ ਕਿਸ ਤਰੀਕੇ ਨਾਲ ਜਾਣਕਾਰੀ ਪ੍ਰਾਪਤ ਹੁੰਦੀ ਹੈ। ਸਾਹਿਤਕ ਸਰੋਤ ਬਹੁਤ ਸਾਰੀਆਂ ਧਾਰਮਿਕ ਪੁਸਤਕਾਂ ਜਿਵੇਂ ਕਿ ਵੇਦ, ਬ੍ਰਾਹਮਣ ਗ੍ਰੰਥ, ਆਰਣਯਕ, ਉਪਨਿਸ਼ਦ, ਸੂਤਰ, ਮਹਾਕਾਵ ਜਿਵੇਂ ਕਿ ਰਾਮਾਇਣ ਤੇ ਮਹਾਭਾਰਤ,
ਅਤੇ ਪੁਰਾਣ ਇਹਨਾਂ ਨੂੰ ਸਾਹਿਤਕ ਸਰੋਤ ਕਿਹਾ ਜਾਂਦਾ ਹੈ। ਇਹ ਪੁਸਤਕਾਂ ਧਰਮ ਤੋਂ ਇਲਾਵਾ ਆਪਣੇ ਸਮਕਾਲੀਨ ਸਮਾਜ ਬਾਰੇ ਵੀ ਜਾਣਕਾਰੀ ਦਿੰਦੀਆਂ ਹਨ, ਜਿਸ ਸਮੇਂ ਇਹ ਲਿਖੀਆਂ ਗਈਆਂ ਸਨ। ਵਿਦਿਆਰਥੀਓ, ਇਹ ਸਾਰੀਆਂ ਪੁਸਤਕਾਂ ਭਾਵੇਂ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਇਹ ਧਾਰਮਿਕ ਪੁਸਤਕਾਂ ਹਨ, ਪਰੰਤੂ ਧਾਰਮਿਕ ਗਿਆਨ ਦੇ ਨਾਲ ਸਾਨੂੰ ਇਹਨਾਂ ਪੁਸਤਕਾਂ ਵਿੱਚੋਂ ਉਸ ਸਮੇਂ ਦੇ ਲੋਕਾਂ ਦੇ ਵਿਚਾਰਾਂ ਬਾਰੇ ਪਤਾ ਚੱਲਦਾ ਹੈ, ਲੋਕਾਂ ਦੇ ਰਹਿਣ ਸਹਿਣ ਬਾਰੇ ਪਤਾ ਚੱਲਦਾ ਹੈ, ਲੋਕਾਂ ਦੀ ਸੋਚ ਕਿਸ ਤਰ੍ਹਾਂ ਸੀ ਉਹਦੇ ਬਾਰੇ ਪਤਾ ਲੱਗਦਾ ਹੈ, ਅਤੇ ਕਿਸ ਤਰੀਕੇ ਦੇ ਲੋਕਾਂ ਦੇ ਵਿੱਚ ਕਦਰਾਂ ਕੀਮਤਾਂ ਸਨ, ਗੁਣ ਸਨ, ਔਗਣ ਸਨ। ਇਹਨਾਂ ਚੀਜ਼ਾਂ ਬਾਰੇ ਸਾਨੂੰ ਇਹਨਾਂ ਸਾਰੀਆਂ ਪੁਸਤਕਾਂ ਤੋਂ ਵਿਸਥਾਰ ਸਹਿਤ ਪਤਾ ਲੱਗ ਜਾਂਦਾ ਹੈ। ਇਹ ਪੁਸਤਕਾਂ ਧਰਮ ਤੋਂ ਇਲਾਵਾ ਆਪਣੇ ਸਮਕਾਲੀਨ ਸਮਾਜ, ਸਮਕਾਲੀਨ ਮਤਲਬ ਜਿਸ ਸਮੇਂ ਵਿੱਚ ਰਚੀਆਂ ਗਈਆਂ ਉਸ ਸਮਾਜ ਦੇ ਬਾਰੇ ਦੱਸਦੀਆਂ ਹਨ। ਵਿਦਿਆਰਥੀਓ, ਆਪਾਂ ਇੱਕ ਉਦਾਹਰਨ ਦੇ ਨਾਲ ਗੱਲ ਕਰਦੇ ਹਾਂ। ਕਿਉਂਕਿ ਹੋ ਸਕਦਾ ਹੈ ਇਹਨਾਂ ਗੱਲਾਂ ਤੋਂ ਤੁਹਾਡੇ ਮਨ ਵਿੱਚ ਇੱਕ ਸਵਾਲ ਸਹਿਜ ਹੀ ਪੈਦਾ ਹੁੰਦਾ ਹੋਵੇ ਕਿ ਇਹ ਪੁਸਤਕਾਂ ਕਿਸ ਤਰ੍ਹਾਂ ਉਸ ਸਮੇਂ ਬਾਰੇ ਸਾਨੂੰ ਦੱਸਦੀਆਂ ਹੋਣਗੀਆਂ। ਵਿਦਿਆਰਥੀਓ, ਜੇ ਅੱਜ ਮੈਂ ਤੁਹਾਨੂੰ ਇਹ ਗੱਲ ਕਹਾਂ ਕਿ ਤੁਸੀਂ ਅੱਜ ਦੇ ਸਮਾਜ ਬਾਰੇ ਕੋਈ ਕਹਾਣੀ ਲਿਖੋ ਜਾਂ ਕੋਈ ਲੇਖ ਲਿਖੋ, ਤਾਂ ਤੁਹਾਡੇ ਵਿੱਚੋਂ ਬਹੁਤੇ ਨਹੀਂ ਬਲਕਿ ਸਾਰੇ ਵਿਦਿਆਰਥੀ ਹੀ ਅੱਜ ਦੇ ਸਮੇਂ ਵਿੱਚ ਜੋ ਕੁਝ ਵਾਪਰ ਰਿਹਾ ਹੈ ਉਹੀ ਲਿਖੋਗੇ। ਤੁਸੀਂ ਲਿਖੋਗੇ ਮੋਬਾਈਲ ਬਾਰੇ, ਤੁਸੀਂ ਲਿਖੋਗੇ ਇੰਟਰਨੈਟ ਬਾਰੇ, ਤੁਸੀਂ ਦਰਸਾਓਗੇ ਅੱਜ ਦੇ ਸਮੇਂ ਵਿੱਚ ਚੱਲਦੇ ਹੋਏ ਕਾਰਾਂ, ਗੱਡੀਆਂ, ਮੋਟਰ, ਬੱਸਾਂ, ਟਰੱਕ, ਹਵਾਈ ਜਹਾਜ਼ ਤੱਕ ਬਾਰੇ ਤੁਸੀਂ ਉਹਦੇ ਵਿੱਚ ਦੱਸ ਦਿਓਗੇ। ਤੁਸੀਂ ਅੱਜ ਦੇ ਸਮੇਂ ਦੇ ਪਹਿਰਾਵੇ ਬਾਰੇ ਦੱਸੋਗੇ ਕਿ ਅੱਜ ਦੇ ਸਮੇਂ 'ਚ ਲੋਕ ਕਿਸ ਤਰ੍ਹਾਂ ਦੇ ਕੱਪੜੇ ਪਾਉਂਦੇ ਸਨ। ਤੁਸੀਂ ਅੱਜ ਦੇ ਸਮੇਂ ਦੇ ਖਾਣ ਪਾਣ ਬਾਰੇ ਦੱਸ ਦਿਓਗੇ ਕਿ ਅੱਜ ਦੇ ਸਮੇਂ ਦੇ ਵਿੱਚ ਲੋਕ ਫਾਸਟ ਫੂਡ ਕਿੱਦਾਂ ਖਾਂਦੇ ਸਨ ਤੇ ਦੂਸਰੇ ਪੁਰਾਤਨ ਭੋਜਨ ਨੂੰ ਕਿਵੇਂ ਖਾਂਦੇ ਸਨ। ਵਿਦਿਆਰਥੀਓ, ਤੁਸੀਂ ਜਦੋਂ ਇਹ ਸਾਰੀਆਂ ਗੱਲਾਂ ਨੂੰ ਲਿਖਤੀ ਰੂਪ ਵਿੱਚ ਰੱਖ ਦਿਓਗੇ ਤੇ ਅੱਜ ਤੋਂ 50-100 ਸਾਲ ਬਾਅਦ ਆਉਣ ਵਾਲੇ ਮਨੁੱਖ ਜਦੋਂ ਤੁਹਾਡੀ ਲਿਖੀਆਂ ਹੋਈਆਂ ਇਹਨਾਂ ਗੱਲਾਂ ਨੂੰ ਫੇਰ ਪੜ੍ਹਨਗੇ ਤਾਂ ਬੇਟਾ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਜਿਸ ਮਿਤੀ ਨੂੰ ਤੁਸੀਂ ਇਹ ਸਭ ਕੁਝ ਲਿਖਿਆ ਸੀ, ਉਸ ਮਿਤੀ, ਉਸ ਸਨ ਦੇ ਅਨੁਸਾਰ ਲੋਕ ਕਿਸ ਤਰ੍ਹਾਂ ਰਹਿੰਦੇ ਸੀ, ਕੀ ਕੁਝ ਖਾਂਦੇ ਪੀਂਦੇ ਸੀ, ਕਿਸ ਤਰ੍ਹਾਂ ਗੱਲਬਾਤ ਕਰਦੇ ਸਨ, ਉਹਨਾਂ ਦੀ ਸੋਚ ਕੈਸੀ ਸੀ, ਉਹ ਕਿਹੜੀਆਂ ਵਸਤੂਆਂ ਦੀ ਵਰਤੋਂ ਕਰਦੇ ਸਨ, ਉਹ ਕੀ ਕੰਮ ਕਰਦੇ ਹੋਣਗੇ। ਬੇਟਾ, ਇਸੇ ਤਰ੍ਹਾਂ ਹੀ ਇਹ ਪੁਸਤਕਾਂ ਵੀ ਸਾਨੂੰ ਦੱਸਦੀਆਂ ਹਨ ਕਿ ਉਸ ਸਮੇਂ ਦੇ ਵਿੱਚ ਲੋਕ ਕਿਸ ਤਰ੍ਹਾਂ ਰਹਿੰਦੇ ਸਨ, ਕੀ ਕੁਝ ਖਾਂਦੇ ਪੀਂਦੇ ਸਨ ਔਰ ਉਹਨਾਂ ਦਾ ਜੀਵਨ ਕੈਸਾ ਸੀ। ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਚੰਗੀ ਤਰ੍ਹਾਂ ਇਹ ਗੱਲ ਸਮਝ ਆ ਗਈ ਹੋਵੇਗੀ। ਸੋ ਵਿਦਿਆਰਥੀਓ, ਜੋ ਪੁਸਤਕਾਂ ਪ੍ਰਾਚੀਨ ਕਾਲ ਦੇ ਧਾਰਮਿਕ ਨਿਯਮਾਂ ਅਤੇ ਕਾਨੂੰਨਾਂ ਬਾਰੇ ਲਿਖੀਆਂ ਗਈਆਂ, ਉਹਨਾਂ ਨੂੰ ਧਾਰਮਿਕ ਪੁਸਤਕਾਂ ਕਿਹਾ ਜਾਂਦਾ ਹੈ, ਜਿਵੇਂ ਕਿ ਮਨੂ ਸਮ੍ਰਿਤੀ। ਇਸੇ ਤਰ੍ਹਾਂ ਸ਼ਾਸਨ ਪ੍ਰਬੰਧ ਬਾਰੇ ਕੌਟਲਿਆ ਦੁਆਰਾ ਅਰਥ ਸ਼ਾਸਤਰ ਨਾਂ ਦੀ ਪੁਸਤਕ ਲਿਖੀ ਗਈ। ਇਸ ਤੋਂ ਇਲਾਵਾ ਭਾਸ, ਕਾਲੀਦਾਸ ਅਤੇ ਹੋਰ ਵਿਦਵਾਨਾਂ ਦੁਆਰਾ ਬਹੁਤ ਸਾਰੇ ਨਾਟਕ ਲਿਖੇ ਗਏ। ਕਹਾਣੀ ਲਿਖਣ ਦਾ ਆਰੰਭ ਸਭ ਤੋਂ ਪਹਿਲਾਂ ਭਾਰਤ ਵਿੱਚ ਹੀ ਹੋਇਆ ਤੇ ਤੁਸੀਂ ਹੈਰਾਨ ਰਹਿ ਜਾਓਗੇ ਕਿ ਆਰੀਆ ਭੱਟ ਅਤੇ ਵਰਾਹਿਮਿਹਿਰ ਵਰਗੇ ਵਿਗਿਆਨੀਆਂ ਨੇ ਆਪਣੀਆਂ ਖੋਜਾਂ ਬਾਰੇ ਪੁਸਤਕਾਂ ਵੀ ਲਿਖੀਆਂ ਸਨ। ਵਿਦਿਆਰਥੀਓ, ਤੁਹਾਨੂੰ ਬਹੁਤ ਗਰਵ ਮਹਿਸੂਸ ਹੋਏਗਾ ਜਦੋਂ ਤੁਸੀਂ ਆਰੀਆ ਭੱਟ ਅਤੇ ਵਰਾਹਿਮਿਹਿਰ ਵਰਗੇ ਵਿਗਿਆਨੀਆਂ ਦੀਆਂ ਖੋਜਾਂ ਨੂੰ ਇੰਟਰਨੈਟ ਉੱਤੇ ਸਰਚ ਕਰੋਗੇ। ਤੁਸੀਂ ਦੇਖੋਗੇ ਕਿ ਇਹਨਾਂ ਨੇ ਕਿੰਨੀਆਂ ਹੈਰਾਨੀਜਨਕ ਖੋਜਾਂ ਕੀਤੀਆਂ ਹਨ ਅਤੇ ਭਾਰਤ ਵਰਸਾ ਨਾਂ ਪੂਰੇ ਹੀ ਵਿਸ਼ਵ ਦੇ ਵਿੱਚ ਚਮਕਾਇਆ। ਵਿਦਿਆਰਥੀਓ, ਬਹੁਤ ਹੀ ਮਹਾਨ ਗਿਆਨੀ ਤੇ ਮਹਾਨ ਜਾਣਕਾਰੀ ਰੱਖਣ ਵਾਲੇ ਇਹ ਸਾਰੇ ਮਹਾਨ ਸ਼ਖਸੀਅਤਾਂ ਸਨ। ਵਿਦਿਆਰਥੀਓ, ਆਰੀਆ ਭੱਟ ਤੇ ਵਰਾਹਿਮਿਹਿਰ ਵਰਗੇ ਵਿਗਿਆਨੀ ਤੁਹਾਨੂੰ ਇਸ ਗੱਲ ਲਈ ਵੀ ਪ੍ਰੇਰਿਤ ਕਰਨਗੇ ਕਿ ਅਗਰ ਇਹ ਉਸ ਸਮੇਂ ਵਿੱਚ ਖੋਜਾਂ ਕਰ ਸਕਦੇ ਹਨ ਤਾਂ ਤੁਸੀਂ ਅੱਜ ਦੇ ਸਮੇਂ ਵਿੱਚ ਜਿੱਥੇ ਇੰਨੀਆਂ ਸੁਵਿਧਾਵਾਂ ਸਾਡੇ ਕੋਲ ਪ੍ਰਾਪਤ ਹਨ, ਕਿਉਂ ਨਹੀਂ ਕੋਈ ਖੋਜ ਕਰ ਸਕਦੇ। ਵਿਦਿਆਰਥੀਓ, ਹੇਠਾਂ ਕੁਝ ਤਸਵੀਰਾਂ ਦਿੱਤੀਆਂ ਹੋਈਆਂ ਹਨ, ਧਿਆਨ ਨਾਲ ਦੇਖੋ
ਮਨੂ ਸਮ੍ਰਿਤੀ ਦੀ ਤਸਵੀਰ ਤੁਹਾਡੇ ਸਾਹਮਣੇ ਹੈ। ਅਰਥ ਸ਼ਾਸਤਰ ਜਿਹੜੀ ਕਿ ਕੌਟਲਿਆ ਪੁਸਤਕ ਹੈ, ਹੁਣੇ ਕੌਟਲਿਆ ਦੁਆਰਾ ਲਿਖੀ ਗਈ ਹੈ, ਉਹ ਤੁਹਾਡੇ ਸਾਹਮਣੇ। ਕਾਲੀਦਾਸ ਜੀ ਦੀ ਤਸਵੀਰ ਤੁਹਾਡੇ ਸਾਹਮਣੇ ਹੈ ਤੇ ਆਰਿਆ ਭੱਟ। ਵਿਦਿਆਰਥੀਓ, ਇਹ ਪ੍ਰਾਚੀਨ ਪੁਸਤਕਾਂ ਤੁਹਾਨੂੰ ਉਸ ਸਮੇਂ ਦੇ ਇਤਿਹਾਸ ਬਾਰੇ ਬਹੁਤ ਹੀ ਵਿਸਥਾਰ ਦੇ ਨਾਲ ਜਾਣਕਾਰੀ ਦੇ ਦਿੰਦੀਆਂ ਹਨ। ਤੇ ਆਪਣੇ ਅੰਦਰ ਇੱਕ ਇੱਛਾ ਪੈਦਾ ਕਰੋ, ਇੱਕ ਸੋਚ ਬਣਾਓ ਕਿ ਤੁਸੀਂ ਵੀ ਜਦੋਂ ਕਦੇ ਵੇਲੇ ਹੋਵੋ ਇਹਨਾਂ ਪੁਸਤਕਾਂ ਨੂੰ ਜ਼ਰੂਰ ਪੜ੍ਹੋ, ਪੁਰਾਤਨ ਇਤਿਹਾਸ ਨੂੰ ਜ਼ਰੂਰ ਪੜ੍ਹੋ, ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਮਨੁੱਖ ਕਿਸ ਤਰ੍ਹਾਂ ਦੇ ਜੀਵਨ ਤੋਂ ਅੱਜ ਦੇ ਇਸ ਜੀਵਨ ਵਿੱਚ ਪੁੱਜ ਪਾਇਆ। ਵਿਦਿਆਰਥੀਓ, ਇਹਨਾਂ ਪੁਸਤਕਾਂ ਦਾ ਅਧਿਐਨ ਤੁਹਾਨੂੰ ਭਰਪੂਰ ਜਾਣਕਾਰੀ ਦੇਵੇਗਾ। ਰਾਮਾਇਣ ਤੇ ਮਹਾਭਾਰਤ ਬਾਰੇ ਜੇ ਆਪਾਂ ਗੱਲ ਕਰੀਏ ਤਾਂ ਕਿਹਾ ਜਾਂਦਾ ਹੈ ਕਿ ਰਾਮਾਇਣ ਮਹਾਰਿਸ਼ੀ ਵਾਲਮੀਕੀ ਜੀ ਨੇ ਲਿਖੀ ਸੀ। ਇਸ ਵਿੱਚ 24,000 ਸ਼ਲੋਕ ਦਰਜ ਹਨ। ਮਹਾਭਾਰਤ ਬਾਰੇ ਇੱਕ ਆਮ ਰਾਏ ਇਹ ਹੈ ਕਿ ਇਸ ਨੂੰ ਰਿਸ਼ੀ ਵੇਦ ਵਿਆਸ ਜੀ ਨੇ ਲਿਖਿਆ ਸੀ। ਇਸ ਦੇ 18 ਅਧਿਆਏ ਹਨ ਅਤੇ ਇਸ ਵਿੱਚ 1 ਲੱਖ ਤੋਂ ਵੀ ਵੱਧ ਸ਼ਲੋਕ ਹਨ। ਤੁਸੀਂ ਹੈਰਾਨ ਹੁੰਦੇ ਹੋਵੋਗੇ ਕਿ ਐਡੀ ਵੱਡੀ ਗਿਣਤੀ ਵਿੱਚ ਸ਼ਲੋਕ ਲਿਖੇ ਗਏ। ਹਾਂ ਬੇਟਾ, ਇਸ ਤਰ੍ਹਾਂ ਹੀ ਹੈ ਕਿ ਇੰਨੇ ਜ਼ਿਆਦਾ ਸ਼ਲੋਕ ਲਿਖੇ ਗਏ ਹਨ। ਇਹ ਸ਼ਲੋਕ ਸਾਨੂੰ ਵਿਸਥਾਰ ਸਹਿਤ ਉਸ ਸਮੇਂ ਦੇ ਸਮਾਜ ਬਾਰੇ ਜਾਣਕਾਰੀ ਦੇ ਦਿੰਦੇ ਹਨ। ਇਹਨਾਂ ਦੋਵਾਂ ਮਹਾਂਕਾਵਾਂ ਨੂੰ ਵਿਸ਼ਵ ਦੇ ਵਿੱਚ ਭਿੰਨ ਭਾਸ਼ਾਵਾਂ ਵਿੱਚ ਵੀ ਅਨੁਵਾਦ ਕੀਤਾ ਗਿਆ ਹੈ, ਜਿਸ ਤੋਂ ਸਿਰਫ ਭਾਰਤ ਨੇ ਹੀ ਨਹੀਂ ਸਗੋਂ ਹੋਰਨਾਂ ਲੋਕਾਂ ਨੇ ਵੀ, ਭਾਰਤ ਤੋਂ ਬਾਹਰ ਵੀ ਲੋਕਾਂ ਨੇ ਇਹਨਾਂ ਤੋਂ ਸਿੱਖਿਆਵਾਂ ਹਾਸਲ ਕੀਤੀਆਂ ਹਨ। ਆਓ ਦੇਖੀਏ ਕਿ ਹੁਣ ਪੁਰਾਤਤਵ ਸਰੋਤ ਕੀ ਹੈ। ਪੁਰਾਤਤਵ ਸਰੋਤਾਂ ਵਿੱਚ ਪੁਰਾਤਨ ਇਮਾਰਤਾਂ, ਬਰਤਨ, ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ, ਸਿੱਕੇ ਅਤੇ ਪ੍ਰਾਚੀਨ ਅਭਿਲੇਖ ਸ਼ਾਮਿਲ ਹਨ। ਜੋ ਵਿਅਕਤੀ ਪੁਰਾਤਤਵ ਸਰੋਤਾਂ ਦਾ ਅਧਿਐਨ ਕਰਦਾ ਹੈ ਉਸ ਨੂੰ ਪੁਰਾਤਤਵ ਵਿਗਿਆਨੀ ਆਖਦੇ ਹਨ। ਯਾਦ ਰੱਖਣਾ ਹੈ ਬੇਟਾ ਕਿ ਜੋ ਵਿਅਕਤੀ ਪੁਰਾਤਤਵ ਸਰੋਤਾਂ ਦਾ ਅਧਿਐਨ ਕਰਦਾ ਹੈ ਉਸ ਨੂੰ ਪੁਰਾਤਤਵ ਵਿਗਿਆਨੀ ਆਖਦੇ ਹਨ। ਅੱਗੇ ਹੋਰ ਪਾਠਾਂ ਵਿੱਚ ਤੁਸੀਂ ਸਿੰਧ ਘਾਟੀ ਤੇ ਹੋਰ ਸਭਿਅਤਾਵਾਂ ਬਾਰੇ ਵੀ ਪੜ੍ਹੋਗੇ। ਵਿਦਿਆਰਥੀਓ, ਤੁਹਾਨੂੰ ਪਤਾ ਲੱਗ ਪਾਏਗਾ ਕਿ ਉਸ ਸਮੇਂ ਸਿੰਧ ਘਾਟੀ ਤੇ ਹੋਰ ਸਭਿਅਤਾਵਾਂ ਦੇ ਲੋਕ ਕਿਸ ਤਰੀਕੇ ਨਾਲ ਰਹਿੰਦੇ ਸਨ, ਕੀ ਉਹ ਕੰਮਕਾਰ ਕਰਦੇ ਸਨ ਅਤੇ ਉਸ ਸਮੇਂ ਦੇ ਵਿੱਚ ਉਹਨਾਂ ਦੇ ਰੀਤੀ ਰਿਵਾਜ ਕਿਸ ਤਰ੍ਹਾਂ ਦੇ ਸੀ। ਇਹ ਸਾਰਾ ਕੁਝ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਜਦੋਂ ਤੁਸੀਂ ਇਹ ਪਾਠ ਪੜ੍ਹੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ। ਅੱਗੇ ਹੈ ਸਿੱਕੇ। ਇਹ ਪੁਰਾਣੇ ਸਿੱਕੇ ਕਲੀ, ਤਾਂਬੇ, ਕਾਂਸੇ, ਚਾਂਦੀ ਅਤੇ ਸੋਨੇ ਦੇ ਬਣਾਏ ਜਾਂਦੇ ਸਨ। ਇਹਨਾਂ ਉੱਪਰ ਰਾਜਿਆਂ ਤੇ ਜਾਨਵਰਾਂ ਦੀਆਂ ਤਸਵੀਰਾਂ, ਧਾਰਮਿਕ ਚਿੰਨ੍ਹ, ਜਾਰੀ ਕਰਨ ਵਾਲੇ ਦਾ ਨਾਮ ਅਤੇ ਮਿਤੀ ਉਕਰੀ ਹੁੰਦੀ ਸੀ। ਇਹਨਾਂ ਸਿੱਕਿਆਂ ਤੋਂ ਰਾਜਿਆਂ ਦੇ ਵੰਸ਼, ਉਸ ਸਮੇਂ ਦੇ ਧਾਰਮਿਕ ਵਿਸ਼ਵਾਸਾਂ ਆਦਿ ਬਾਰੇ ਵੀ ਜਾਣਕਾਰੀ ਮਿਲਦੀ ਹੈ। ਇਹਨਾਂ ਸਿੱਕਿਆਂ ਤੋਂ ਉਸ ਸਮੇਂ ਦੇ ਲੋਕਾਂ ਦੇ ਆਰਥਿਕ ਜੀਵਨ ਬਾਰੇ ਵੀ ਜਾਣਕਾਰੀ ਮਿਲਦੀ ਹੈ। ਸਿੱਕਿਆਂ ਦੀ ਅਧਿਐਨ ਨੂੰ ਸਿੱਕਿਆਂ ਦੀ ਵਿਦਿਆ ਕਿਹਾ ਜਾਂਦਾ ਹੈ। ਵਿਦਿਆਰਥੀਓ, ਤੁਹਾਨੂੰ ਭਲੀ ਭਾਂਤ ਸਮਝ ਲੈਣਾ ਚਾਹੀਦਾ ਹੈ ਕਿ ਉਸ ਸਮੇਂ ਦੇ ਸਿੱਕੇ ਜਦੋਂ ਤੁਸੀਂ ਦੇਖੋਗੇ ਤਾਂ ਤੁਹਾਨੂੰ ਉਹਨਾਂ ਉੱਪਰ ਜਿਹੜੇ ਵੀ ਜਾਨਵਰ ਦੀਆਂ ਤਸਵੀਰਾਂ ਦਿਖਾਈ ਦੇ, ਜੋ ਵੀ ਧਾਰਮਿਕ ਚਿੰਨ੍ਹ ਉੱਥੇ ਬਣੇ ਹੋਣਗੇ, ਤਾਂ ਤੁਹਾਨੂੰ ਹੁਣ ਤੱਕ ਸਮਝ ਆ ਜਾਣੀ ਚਾਹੀਦੀ ਹੈ ਕਿ ਉਹ ਚੀਜ਼ਾਂ, ਉਹ ਧਾਰਮਿਕ ਚਿੰਨ੍ਹ ਉਸ ਸਮੇਂ ਵਿੱਚ ਪ੍ਰਚਲਿਤ ਹੋਣਗੇ। ਜਿਸ ਰਾਜੇ ਦੇ ਵੰਸ਼ ਦਾ ਨਾਮ ਸਿੱਕੇ ਉੱਤੇ ਮਿਲੇਗਾ, ਪਤਾ ਲੱਗ ਜਾਏਗਾ ਕਿ ਇਹ ਸਿੱਕਾ ਫਲਾਣੇ ਰਾਜੇ ਦੇ ਸਮੇਂ ਦਾ ਹੈ। ਤੁਹਾਨੂੰ ਅਗਰ ਉਹਨਾਂ ਸਿੱਕਿਆਂ ਦੇ ਉੱਤੇ ਧਾਰਮਿਕ ਚਿੰਨ੍ਹ ਮਿਲਦੇ ਹਨ ਤਾਂ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਉਸ ਤਰ੍ਹਾਂ ਦੇ ਸਮੇਂ, ਉਸ ਸਮੇਂ ਵਿੱਚ ਲੋਕਾਂ ਦੇ ਕੀ ਧਾਰਮਿਕ ਵਿਸ਼ਵਾਸ ਸਨ। ਇਸ ਤੋਂ ਇਲਾਵਾ ਆਰਥਿਕ ਜੀਵਨ, ਲੋਕ ਕੀ ਕੰਮ ਕਰਦੇ ਸਨ, ਕਿਸ ਤਰੀਕੇ ਨਾਲ ਗੁਜ਼ਾਰਾ ਕਰਦੇ ਸੀਗੇ, ਔਰ ਇਹ ਸਾਰੀ ਜਾਣਕਾਰੀ ਤੁਹਾਨੂੰ ਸਿੱਕਿਆਂ ਤੋਂ ਮਿਲ ਜਾਂਦੀ ਹੈ। ਸੋ ਇਸ ਤਰੀਕੇ ਨਾਲ ਇਹ ਸਿੱਕੇ ਵੀ ਸਾਨੂੰ ਇਤਿਹਾਸ ਜਾਣਨ ਦੇ ਵਿੱਚ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੇ ਹਨ। ਵਿਦਿਆਰਥੀਓ, ਇਹ ਕੁਝ ਸਿੱਕੇ
ਤੁਹਾਡੇ ਸਾਹਮਣੇ ਹਨ। ਤੁਸੀਂ ਇਹਨਾਂ ਸਿੱਕਿਆਂ ਦੇ ਉੱਤੇ ਰਾਜਿਆਂ ਦੀਆਂ ਤਸਵੀਰਾਂ ਦੇਖ ਸਕਦੇ ਹੋ। ਇਹਨਾਂ ਸਿੱਕਿਆਂ ਉੱਤੇ ਉੱਕਰੇ ਹੋਏ ਨਿਸ਼ਾਨ ਤੁਹਾਨੂੰ ਉਸ ਸਮੇਂ ਦੀ ਸਮਾਜ ਦੀ ਸਥਿਤੀ ਬਾਰੇ, ਸਮਾਜ ਦੇ ਵਿੱਚ ਵਾਪਰੀਆਂ ਘਟਨਾਵਾਂ ਬਾਰੇ ਜਾਣਕਾਰੀ ਦਿੰਦੇ ਹਨ। ਇਹ ਸਿੱਕੇ ਤੁਸੀਂ ਹੋਰ ਵੀ ਇੰਟਰਨੈਟ ਦੇ ਉੱਤੇ ਦੇਖ ਸਕੋਗੇ ਅਤੇ ਆਪਣੇ ਆਪ ਨਾਲ ਤੁਸੀਂ ਕੁਝ ਸਵਾਲ ਕਰੋ ਤੇ ਉਹਨਾਂ ਦੇ ਉੱਤਰ ਵੀ ਜ਼ਰੂਰ ਲੱਭੋ। ਵਿਦਿਆਰਥੀਓ, ਅੱਗੇ ਹੈ ਸਮਾਰਕ। ਇਹ ਸਮਾਰਕ ਕਿਸ ਤਰੀਕੇ ਨਾਲ ਸਾਨੂੰ ਇਤਿਹਾਸ ਦੱਸਦੇ ਹਨ, ਆਓ ਆਪਾਂ ਇਹਦੇ ਬਾਰੇ ਵੀ ਦੇਖੀਏ। ਸਮਾਰਕ ਵੀ ਸਾਨੂੰ ਮਹੱਤਵਪੂਰਨ ਜਾਣਕਾਰੀ ਦਿੰਦੇ ਹਨ। ਆਪਣੇ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਬਣੇ ਸਤੰਭਾਂ, ਕਿਲੇ ਅਤੇ ਮਹਿਲਾਂ ਨੂੰ ਸਮਾਰਕ ਕਿਹਾ ਜਾਂਦਾ ਹੈ। ਸਾਂਚੀ ਦਾ ਸਤੂਪ, ਅਸ਼ੋਕ ਦਾ ਸਤੰਭ ਅਤੇ ਨਾਲੰਦਾ ਯੂਨੀਵਰਸਿਟੀ ਦੇ ਖੰਡਰ ਆਦਿ ਪ੍ਰਾਚੀਨ ਭਾਰਤੀ ਸਮਾਰਕਾਂ ਦੀਆਂ ਉਦਾਹਰਨਾਂ ਹਨ। ਤੁਹਾਡੇ ਸਾਹਮਣੇ ਬੇਟਾ ਇਹ ਕੁਝ ਸਮਾਰਕ ਹਨ। ਸਾਂਚੀ ਦਾ ਸਤੂਪ, ਅਸ਼ੋਕ ਸਤੰਭ ਤੇ ਨਾਲੰਦਾ ਯੂਨੀਵਰਸਿਟੀ ਦੇ ਖੰਡਰ। ਇਹ ਇਮਾਰਤਾਂ ਸਾਨੂੰ ਦੱਸਦੀਆਂ ਨੇ ਕਿ ਉਦੋਂ ਦੇ ਸਮੇਂ ਲੋਕਾਂ ਦੀ ਭਵਨ ਨਿਰਮਾਣ ਕਲਾ ਕੈਸੀ ਸੀ, ਲੋਕ ਕਿਸ ਤਰ੍ਹਾਂ ਦੀ ਰਿਹਾਇਸ਼ ਨੂੰ ਪਸੰਦ ਕਰਦੇ ਸਨ। ਬੇਟਾ, ਅੱਜ ਦੇ ਸਮੇਂ ਵਿੱਚ ਜੋ ਇਮਾਰਤਾਂ ਨੇ ਔਰ ਪੁਰਾਣੇ ਸਮੇਂ ਵਿੱਚ ਜੋ ਇਮਾਰਤਾਂ ਸਨ, ਦੋਨਾਂ ਨੂੰ ਬਣਾਉਣ ਦੀ ਵਿਧੀ, ਦੋਨਾਂ ਦੇ ਨਕਸ਼ੇ, ਦੋਨਾਂ ਵਿੱਚ ਵਰਤਿਆ ਜਾਣ ਵਾਲਾ ਸਮਾਨ ਬਹੁਤ ਹੀ ਵੱਖਰਾ ਹੈ। ਸੋ ਇਹ ਸਮਾਰਕ ਸਾਨੂੰ ਦੱਸਦੇ ਹਨ ਕਿ ਉਸ ਸਮੇਂ ਲੋਕ ਕਿਸ ਤਰ੍ਹਾਂ ਦੇ ਇਮਾਰਤਾਂ ਪਸੰਦ ਕਰਦੇ ਸਨ। ਉਸ ਤੋਂ ਬਾਅਦ ਹੈ ਸ਼ਿਲਾਲੇਖ। ਸ਼ਿਲਾਲੇਖ ਪੱਥਰ ਜਾਂ ਧਾਤ ਨਾਲ ਬਣੀ ਕਿਸੇ ਚੀਜ਼ ਉੱਪਰ ਉੱਕਰੀ ਹੋਈ ਲਿਖਤ ਹੈ। ਪੱਥਰ ਦੇ ਸਤੰਭ, ਚੱਟਾਨਾਂ ਅਤੇ ਤਾਂਬੇ ਦੀਆਂ ਪਲੇਟਾਂ, ਮਿੱਟੀ ਦੀ ਤਖਤੀਆਂ ਅਤੇ ਮੰਦਰਾਂ ਦੀਆਂ ਕੰਧਾਂ ਉੱਤੇ ਲਿਖੇ ਸ਼ਿਲਾਲੇਖ ਇਤਿਹਾਸ ਦੇ ਮਹੱਤਵਪੂਰਨ ਸਰੋਤ ਹਨ। ਫਿਰ ਧਿਆਨ ਦਿਓ ਕਿ ਪੱਥਰ ਦੇ ਸਤੰਭ, ਚੱਟਾਨਾਂ ਅਤੇ ਤਾਂਬੇ ਦੀਆਂ ਪਲੇਟਾਂ, ਮਿੱਟੀ ਦੀਆਂ ਤਖਤੀਆਂ ਅਤੇ ਮੰਦਰਾਂ ਦੀਆਂ ਕੰਧਾਂ ਉੱਤੇ ਲਿਖੇ ਸ਼ਿਲਾਲੇਖ ਇਤਿਹਾਸ ਦੇ ਮਹੱਤਵਪੂਰਨ ਸਰੋਤ ਹਨ। ਸਮਰਾਟ ਅਸ਼ੋਕ, ਸਮੁੰਦਰ ਗੁਪਤ ਅਤੇ ਸਕੰਦ ਗੁਪਤ ਵਰਗੇ ਮਹਾਨ ਰਾਜਿਆਂ ਦੁਆਰਾ ਆਪਣੀਆਂ ਪ੍ਰਾਪਤੀਆਂ ਨੂੰ ਵੀ ਪੱਥਰ ਦੇ ਸਤੰਭਾਂ ਤੇ ਖੁਦਵਾਇਆ। ਤਾਮਰ ਪੱਤਰ ਇੱਕ ਸਰਕਾਰੀ ਦਸਤਾਵੇਜ਼ ਹੁੰਦਾ ਹੈ। ਵਿਦਿਆਰਥੀਓ, ਯਾਦ ਰੱਖਣਾ, ਤਾਮਰ ਪੱਤਰ ਇੱਕ ਸਰਕਾਰੀ ਦਸਤਾਵੇਜ਼ ਹੈ ਜਿਸ ਤੋਂ ਭੂਮੀ ਨੂੰ ਖਰੀਦਣ, ਵੇਚਣ ਅਤੇ ਦਾਨ ਕਰਨ ਤੋਂ ਇਲਾਵਾ ਭੂਮੀ ਦੀ ਖਰੀਦ ਅਤੇ ਵੇਚ ਕਰਨ ਦੇ ਢੰਗਾਂ ਦੀ ਵੀ ਜਾਣਕਾਰੀ ਮਿਲਦੀ ਹੈ। ਵਿਦਿਆਰਥੀਓ, ਤੁਹਾਡੇ ਸਾਹਮਣੇ ਦੋ ਤਸਵੀਰਾਂ ਹਨ, ਇੱਕ ਅਸ਼ੋਕ ਦੇ ਸ਼ਿਲਾਲੇਖ ਤੇ ਦੂਸਰੇ ਤਾਮਰ ਪੱਤਰ ਬਾਰੇ ਸਾਨੂੰ ਜਾਣਕਾਰੀ ਦਿੰਦੀ ਹੈ। ਸੋ ਇਹਨਾਂ ਗੱਲਾਂ ਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਰੱਖਣਾ ਹੈ ਕਿ ਸ਼ਿਲਾਲੇਖ ਕੀ ਹੁੰਦੇ ਹਨ, ਤਾਮਰ ਪੱਤਰ ਕੀ ਹੁੰਦਾ ਹੈ ਤੇ ਇਹਨਾਂ ਤੋਂ ਸਾਨੂੰ ਕਿਸ ਤਰ੍ਹਾਂ ਦੀ ਹੋਰ ਜਾਣਕਾਰੀ ਪ੍ਰਾਪਤ ਹੁੰਦੀ ਹੈ। ਸੋ ਆਓ ਹੁਣ ਛੋਟਾ ਜਿਹਾ ਆਪਾਂ ਇੱਕ ਅਭਿਆਸ ਵੀ ਕਰੀਏ ਕਿ ਖਾਲੀ ਥਾਵਾਂ ਭਰੋ। ਇਤਿਹਾਸ ਦਾ ਸਾਡੇ ਕੋਲ ਸੋਚੋ ਤੇ ਇੱਥੇ ਭਰੋ। ਡੈਸ਼ ਵੇਰਵਾ ਹੁੰਦਾ ਹੈ। ਕਹਾਣੀ ਲਿਖਣ ਦਾ ਆਰੰਭ ਸਭ ਤੋਂ ਪਹਿਲਾਂ ਡੈਸ਼ ਵਿੱਚ ਹੋਇਆ। ਸਿੱਕਿਆਂ ਦੇ ਅਧਿਐਨ ਨੂੰ ਡੈਸ਼ ਕਹਿੰਦੇ ਹਨ। ਭੂਮੀ ਦੀ ਖਰੀਦ ਵੇਚ ਦਾ ਪਤਾ ਡੈਸ਼ ਤੋਂ ਲੱਗਦਾ ਹੈ। ਅਰਥ ਸ਼ਾਸਤਰ ਨਾਂ ਦੀ ਪੁਸਤਕ ਡੈਸ਼ ਦੁਆਰਾ ਲਿਖੀ ਗਈ। ਠੀਕ ਤੇ ਗਲਤ। ਸਮਾਰਕ ਇਤਿਹਾਸ ਦਾ ਸਰੋਤ ਨਹੀਂ ਹਨ। ਈਸਵੀ ਈਸਾ ਦੇ ਜਨਮ ਤੋਂ ਪਹਿਲਾਂ ਦਾ ਸਮਾਂ ਹੈ। ਇਤਿਹਾਸ ਦਾ ਅਧਿਐਨ ਨਿਰਾਰਥਕ ਹੈ। ਪੂਰਵ ਇਤਿਹਾਸ ਦਾ ਕੋਈ ਲਿਖਤੀ ਸਰੋਤ ਨਹੀਂ ਹੈ। ਮਹਾਨ ਸਮਰਾਟਾਂ ਨੇ ਆਪਣੇ ਸੰਦੇਸ਼ ਪੱਥਰ ਦੇ ਸਤੰਭਾਂ ਤੇ ਲਿਖਵਾਏ। ਸੋ ਵਿਦਿਆਰਥੀਓ, ਇਹ ਅਸੀਂ ਅੱਜ ਦਾ ਜੋ ਪਾਠ ਪੜ੍ਹਿਆ ਹੈ ਪ੍ਰਾਚੀਨ ਇਤਿਹਾਸ ਦਾ ਸਰੋਤ, ਮੈਨੂੰ ਆਸ ਹੈ ਕਿ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ। ਇਸ ਦੇ ਅਭਿਆਸ ਨੂੰ ਵੀ ਤੁਸੀਂ ਕਰੋ ਔਰ ਇਸ ਦੀ ਦੁਹਰਾਈ ਕਰੋ। ਆਪ ਸਭ ਦਾ ਬਹੁਤ ਬਹੁਤ ਧੰਨਵਾਦ।